ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਕਹਿੰਦੇ ਨੇ ਕਿ ਸਾਡੀ ਵੱਡੀ ਤੋਂ ਵੱਡੀ ਮਨੋਕਾਮਨਾ ਪੂਰੀ ਨਹੀਂ ਹੋ ਰਹੀ, ਜਾਂ ਕਈ ਲੋਕਾਂ ਦੇ ਕੰਮ ਰੁਕੇ ਹੋਏ ਨੇ, ਉਹ ਸਿਰੇ ਨਹੀਂ ਚੜ ਰਹੇ, ਜਾਂ ਕਈਆਂ ਨੂੰ ਵਿਦੇਸ਼ ਜਾਣ ਵਿੱਚ ਅੜਚਨ ਆ ਰਹੀ ਹੁੰਦੀ ਹੈ। ਤਾਂ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਸਮਝ ਨਹੀਂ ਲੱਗਦੀ ਕਿ ਉਹ ਕਿਹੜਾ ਪਾਠ ਜਾਂ ਕਿਸ ਸ਼ਬਦ ਦਾ ਜਾਪ ਕਰੀਏ ਕਿ ਸਾਡੇ ਸਾਰੇ ਕੰਮ ਸਿਰੇ ਚੜ ਜਾਣ, ਸਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇ, ਸਾਡੀ ਹਰ ਅਰਦਾਸ ਕਬੂਲ ਹੋ ਜਾਵੇ। ਸਾਧ ਸੰਗਤ ਜੀ, ਕਈ ਲੋਕ ਕਹਿੰਦੇ ਨੇ ਕਿ ਸਾਡਾ ਮਨ ਦੁਚੱਤੀ ਵਿੱਚ ਰਹਿੰਦਾ ਹੈ। ਜਿਸ ਤੋਂ ਅਸੀਂ ਸਲਾਹ ਮੰਗਦੇ ਹਾਂ ਤਾਂ ਕਈ ਤਰ੍ਹਾਂ ਦੇ ਪਾਠ ਜਾਂ ਸ਼ਬਦ ਉਚਾਰਨ ਨੂੰ ਕਿਹਾ ਜਾਂਦਾ ਹੈ, ਪਰ ਅਸੀਂ ਇਸ ਨਤੀਜੇ ਤੱਕ ਨਹੀਂ ਪਹੁੰਚ ਪਾਉਂਦੇ ਕਿ ਉਹ ਕਿਹੜਾ ਪਾਠ ਜਾਂ ਕਿਸ ਸ਼ਬਦ ਦਾ ਜਾਪ ਕਰੀਏ ਜੋ ਸਾਡੀ ਹਰ ਇੱਛਾ ਨੂੰ ਪੂਰਾ ਕਰ ਸਕੇ। ਕੋਈ ਕਹਿੰਦਾ ਹੈ ਕਿ ਜਪਜੀ ਸਾਹਿਬ ਦਾ ਪਾਠ ਕਰੋ, ਤੇ ਕੋਈ ਕਹਿੰਦਾ ਹੈ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ, ਕੋਈ ਕਹਿੰਦਾ ਹੈ ਕਿ ਮੂਲ ਮੰਤਰ ਜੀ ਦਾ ਜਾਪ ਕਰੋ। ਇਸ ਲਈ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕੀ ਕਰੀਏ। ਤਾਂ ਸਾਡੀ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੈ। ਇਸ ਲਈ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ, ਧਿਆਨ ਨਾਲ ਸੁਣੋ, ਤਾਂ ਹੀ ਇਸ ਦਾ ਲਾਭ ਤੁਹਾਨੂੰ ਮਿਲ ਸਕੇਗਾ। ਵੀਡੀਓ ਨੂੰ ਸਕਿਪ ਕਰਕੇ ਨਾ ਸੁਣਨਾ, ਨਹੀਂ ਤਾਂ ਤੁਹਾਨੂੰ ਇਸ ਦਾ ਪੂਰਾ ਲਾਭ ਨਹੀਂ ਮਿਲੇਗਾ। ਇਸ ਵੀਡੀਓ ਵਿੱਚ ਅਸੀਂ ਇਸ ਵਿਸ਼ੇ ਤੇ ਵਿਚਾਰ ਕਰਾਂਗੇ ਕਿ ਕਿਹੜਾ ਪਾਠ ਜਾਂ ਕਿਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਤੇ ਕਿਸ ਵਿਧੀ ਨਾਲ ਕਰਨਾ ਚਾਹੀਦਾ ਹੈ। ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਦੋਂ ਵੀ ਕੋਈ ਆਪਾਂ ਕੰਮ ਜਾਂ ਕਾਰੋਬਾਰ ਸ਼ੁਰੂ ਕਰਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ ਕਿ ਆਪਾਂ ਕਈਆਂ ਦੀ ਸਲਾਹ ਲੈਂਦੇ ਹਾਂ। ਜਿੰਨੇ ਮੂੰਹ ਉਨੀਆਂ ਗੱਲਾਂ, ਸਭ ਲੋਕ ਵੱਖ-ਵੱਖ ਸਲਾਹ ਦਿੰਦੇ ਨੇ। ਕਈ ਵਾਰ ਤਾਂ ਸਾਡਾ ਮਨ ਭਟਕ ਜਾਂਦਾ ਹੈ, ਸਾਨੂੰ ਸਮਝ ਨਹੀਂ ਆਉਂਦੀ ਕਿ ਕਿਸ ਦੀ ਗੱਲ ਮੰਨੀਏ, ਕਿਸ ਦੀ ਨਹੀਂ। ਸਾਡਾ ਮਨ ਤੋਂ ਚੱਤੀ ਵਿੱਚ ਫਸ ਜਾਂਦਾ ਹੈ, ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰੀਏ। ਪਰ ਗੁਰਬਾਣੀ ਵਿੱਚ ਇਹ ਗੱਲ ਬਿਲਕੁਲ ਵੀ ਨਹੀਂ ਹੈ। ਗੁਰਬਾਣੀ ਸਾਨੂੰ ਹਮੇਸ਼ਾ ਵਹਿਮਾਂ ਭਰਮਾਂ ਤੋਂ ਬਾਹਰ ਕੱਢਦੀ ਹੈ, ਵਹਿਮਾਂ ਭਰਮਾਂ ਵਿੱਚ ਨਹੀਂ ਫਸਾਉਂਦੀ। ਸਾਡੇ ਮਨ ਦਾ ਕੋਈ ਵੀ ਵਹਿਮ ਹੋਵੇ, ਕੋਈ ਵੀ ਭਰਮ ਹੋਵੇ, ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੋਵੇ, ਸਾਨੂੰ ਗੁਰਬਾਣੀ ਹੀ ਉਸ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਲਈ ਤੁਹਾਨੂੰ ਜਦੋਂ ਵੀ ਇੱਛਾ ਪੂਰਤੀ ਦੇ ਲਈ ਕੋਈ ਸ਼ਬਦ ਜਾਂ ਜਾਪ ਦੱਸਿਆ ਜਾਂਦਾ ਹੈ ਤਾਂ ਹਰ ਇੱਕ ਦਾ ਆਪਣਾ ਤਜਰਬਾ ਹੁੰਦਾ ਹੈ। ਇਸ ਲਈ ਕਦੇ ਵੀ ਇਸ ਵਹਿਮ ਭਰਮ ਵਿੱਚ ਨਾ ਪਿਆ ਕਰੋ ਕਿ ਕਿਹੜੀ ਬਾਣੀ ਜ਼ਿਆਦਾ ਤਾਕਤਵਰ ਹੈ ਤੇ ਕਿਹੜੀ ਘੱਟ, ਕਿਉਂਕਿ ਮੇਰੇ ਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਵਿੱਚ ਹਰੇਕ ਸ਼ਬਦ ਦੇ ਵਿੱਚ ਬਰਾਬਰ ਤਾਕਤ ਹੈ। ਇਹ ਨਹੀਂ ਕਿ ਕਿਸੇ ਸ਼ਬਦ ਵਿੱਚ ਘੱਟ ਹੈ ਤੇ ਕਿਸੇ ਵਿੱਚ ਜ਼ਿਆਦਾ। ਇਸ ਲਈ ਜਦੋਂ ਵੀ ਤੁਸੀਂ ਕਿਸੇ ਵੀ ਸ਼ਬਦ ਦਾ ਜਾਪ ਕਰੋਗੇ ਤਾਂ ਤੁਹਾਨੂੰ ਉਸ ਦਾ ਪੂਰਾ ਫਲ ਮਿਲੇਗਾ। ਜੇ ਤੁਸੀਂ ਚਾਹੋ ਤਾਂ ਸਿਰਫ ਇੱਕ ਓਂਕਾਰ ਦਾ ਹੀ ਜਾਪ ਕਰ ਲਓ, ਚਾਹੇ ਇਕੱਲਾ ਵਾਹਿਗੁਰੂ ਜੀ ਦਾ ਜਾਪ ਕਰ ਲਓ, ਚਾਹੇ ਇਕੱਲਾ ਸਤਨਾਮ ਜੀ ਦਾ ਸਿਮਰਨ ਕਰ ਲਓ। ਮੇਰੇ ਸਤਿਗੁਰੂ ਜੀ ਨੇ, ਮੇਰੇ ਸੱਚੇ ਪਾਤਸ਼ਾਹ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਨੂੰ ਉਸ ਦਾ ਪੂਰਾ ਫਲ ਦੇਣਾ ਹੈ। ਇਹ ਨਹੀਂ ਕਿ ਆਪਾਂ ਜੇ ਜ਼ਿਆਦਾ ਬਾਣੀ ਪੜਾਂਗੇ ਸਿਰਫ ਉਸੇ ਦਾ ਹੀ ਫਲ ਮਿਲੇਗਾ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਬਰਾਬਰ ਤਾਕਤ ਹੈ, ਬਰਾਬਰ ਸ਼ਕਤੀ ਹੈ, ਜਿਸ ਦੀ ਸ਼ਕਤੀ ਤੋਂ ਵੱਡੀ ਕੋਈ ਸ਼ਕਤੀ ਨਹੀਂ। ਇਸ ਸ਼ਕਤੀ ਦੇ ਅੱਗੇ ਕੋਈ ਸ਼ਕਤੀ ਨਹੀਂ ਠਹਿਰ ਸਕਦੀ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਪਾਠ, ਹਰੇਕ ਸ਼ਬਦ ਵਿੱਚ ਬਰਾਬਰ ਤਾਕਤ ਹੈ ਤਾਂ ਸਾਨੂੰ ਹਾਲੇ ਤੱਕ ਫਿਰ ਫਲ ਕਿਉਂ ਨਹੀਂ ਮਿਲਿਆ? ਸਾਡੇ ਕੋਲੋਂ ਗਲਤੀ ਕਿੱਥੇ ਹੋ ਗਈ ਹੈ? ਸਾਧ ਸੰਗਤ ਜੀ, ਆਪਾਂ ਜਦੋਂ ਵੀ ਵਾਹਿਗੁਰੂ ਜੀ ਕੋਲੋਂ ਕੁਝ ਮੰਗਣ ਆਉਂਦੇ ਹਾਂ ਤਾਂ ਉਹ ਕੁਝ ਵੱਡਾ ਤੇ ਕੁਝ ਖਾਸ ਹੀ ਹੁੰਦਾ ਹੈ। ਆਪਾਂ ਵਾਹਿਗੁਰੂ ਜੀ ਕੋਲ ਉਦੋਂ ਹੀ ਆਉਂਦੇ ਹਾਂ ਜਦੋਂ ਆਪਾਂ ਸਾਰੇ ਪਾਸੇ ਤੋਂ ਹੱਥ ਪੱਲਾ ਮਾਰ ਕੇ ਥੱਕ ਚੁੱਕੇ ਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਸਾਡੀ ਹੁਣ ਕੋਈ ਵਾਹ ਪੇਸ਼ ਨਹੀਂ ਚੱਲੇਗੀ। ਫਿਰ ਆਪਾਂ ਵਾਹਿਗੁਰੂ ਜੀ ਤਰਲੇ ਕੱਢਦੇ ਹਾਂ। ਪਰ ਜੇ ਆਪਾਂ ਪਹਿਲਾਂ ਹੀ ਹਰੇਕ ਕੰਮ ਆਪਣੇ ਵਾਹਿਗੁਰੂ ਜੀ ਕੋਲੋਂ ਪੁੱਛ ਕੇ ਕਰੀਏ, ਵਾਹਿਗੁਰੂ ਜੀ ਦੀ ਇਜਾਜ਼ਤ ਲੈ ਕੇ ਕਰੀਏ, ਫਿਰ ਆਪਾਂ ਕਦੇ ਵੀ ਇੰਨੇ ਔਖੇ ਨਹੀਂ ਹੋ ਸਕਦੇ। ਜਿਸ ਤਰ੍ਹਾਂ ਮੰਨ ਲਓ ਕਿ ਕਈ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹਨ। ਉਹ ਕਹਿੰਦੇ ਨੇ ਕਿ ਸਾਡਾ ਵਾਰ-ਵਾਰ ਵੀਜ਼ਾ ਲੱਗਣ ਵਿੱਚ ਰੁਕਾਵਟ ਆ ਰਹੀ ਹੈ, ਕੋਈ ਨਾ ਕੋਈ ਸਮੱਸਿਆ ਆ ਕੇ ਰੁਕਾਵਟ ਪੈਦਾ ਕਰ ਰਹੀ ਹੈ। ਪਰ ਜਰਾ ਧਿਆਨ ਨਾਲ ਸੋਚੋ, ਜਿਸ ਦਿਨ ਆਪਾਂ ਇਸ ਕੰਮ ਵਿੱਚ ਪੈਣ ਲੱਗੇ ਸੀ, ਕੀ ਉਸ ਦਿਨ ਆਪਾਂ ਵਾਹਿਗੁਰੂ ਜੀ ਕੋਲੋਂ ਮਨਜ਼ੂਰੀ ਲਈ ਸੀ? ਵਾਹਿਗੁਰੂ ਜੀ ਤੋਂ ਪੁੱਛਿਆ ਹੁੰਦਾ ਤਾਂ ਉਹਨਾਂ ਅੱਗੇ ਅਰਦਾਸ ਬੇਨਤੀ ਕੀਤੀ ਹੁੰਦੀ ਕਿ ਸੱਚੇ ਪਾਤਸ਼ਾਹ, ਜਿਸ ਰਸਤੇ ਤੇ ਮੈਂ ਜਾ ਰਿਹਾ ਹਾਂ ਕੀ ਇਹ ਠੀਕ ਹੈ? ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ, ਤੁਸੀਂ ਆਪ ਇਹ ਸਾਰੇ ਕੰਮ ਵਿੱਚ ਹੋ ਕੇ ਕਰਨੇ ਨੇ। ਜੇਕਰ ਤੁਸੀਂ ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ ਹੁੰਦੀ ਤਾਂ ਆਪਣੇ ਕੰਮ ਵਿੱਚ ਰੁਕਾਵਟ ਪੈਦਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਵੀ ਆਪਾਂ ਕੋਈ ਵੀ ਕੰਮ ਦੀ ਸ਼ੁਰੂਆਤ ਅਰਦਾਸ ਬੇਨਤੀ ਦੇ ਨਾਲ ਕਰਦੇ ਹਾਂ, ਵਾਹਿਗੁਰੂ ਜੀ ਦੀ ਮਨਜ਼ੂਰੀ ਲੈ ਕੇ ਕਰਦੇ ਹਾਂ, ਉਸ ਕੰਮ ਵਿੱਚ ਕਦੇ ਵੀ ਰੁਕਾਵਟ ਨਹੀਂ ਪੈਦਾ ਹੁੰਦੀ, ਕਿਉਂਕਿ ਮੇਰੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਕੰਮ ਵਿੱਚ ਆਪ ਸਹਾਈ ਹੁੰਦੇ ਨੇ ਤੇ ਉਹ ਕੰਮ ਆਪ ਕਰਵਾਉਂਦੇ ਨੇ। ਸਭ ਤੋਂ ਪਹਿਲਾਂ ਉਹ ਆਪ
उस काम ते पहुंच जाते हैं। अरदास गुरु के सिख लई बहुत जरूरी है। अरदास विच बहुत शक्ति है। अरदास का पल्ला कदे ना छड्डो। जेकर असीं चाहुंदे हां कि साडे सारे काम सवर जाण, किसी भी काम विच कोई भी अड़चन ना होवे, तां काम शुरू करन तो पहलां वाहिगुरू जी दी मंजूरी लिया करो। जदों अपने बच्चे बच्ची दा रिश्ता देखण जांदे हां तां उस वेले भी अरदास बेनती जरूर करियो कि सच्चे पातशाह जी आप अंग संग सहाई होके सारा काम रास करना। जे तुहानूं काम चंगा लगे तां ही यह काम नेपरे चाड़ना। जे तुहानूं चंगा ना लगे फिर तुसीं इस काम विच कोई रुकावट पा देना। इसलिए जदों भी अरदास करनी है तां पूरी श्रद्धा भावना दे नाल करनी है। एक मन एक चित्त होके करनी है, क्योंकि अरदास सिद्धी अकाल पुरख वाहिगुरू जी कोल पहुंचनी हुंदी है। यह गल्लां इसलिए दस रहे हां कि जदों भी आपां कोई कामकार करन जा रहे हां, जब बच्चे की पढ़ाई लिखाई जां कोई विदेश जाण दा मन बना रहे हुंदे हां, जब बच्चे की विआह शादी लई रिश्ता वेखण जा रहे हुंदे हां, तां सानूं उस वाहिगुरू अगे अरदास जरूर करनी चाहिदी है। अरदास साडे हर काम लई जरूरी है। सानूं उस अकाल पुरख की मंजूरी लैनी बहुत जरूरी है। जदों असीं वाहिगुरू जी दी अगे लैके तुरते हां, उस काम विच सफलता मिलनी पक्की हुंदी है। जदों असीं अरदास करके तुरांगे, साडे किसी भी काम विच रुकावट नहीं पैदा होवेगी। यह जरूरी नहीं कि आपां जदों भी कोई काम शुरू करना होवे तां सानूं ग्रंथी सिंह नूं बुला के अरदास कराउणी है। असीं खुद भी अरदास कर सकते हां। किसी शुभ काम की शुरुआत तो पहलां, घरों जाण तो पहलां एक जपजी साहिब जी का पाठ करो। 6 पौड़ियां आनंद साहिब जी के पाठ दियां करके फिर अरदास करो। किसी भी काम विच कोई रुकावट पैदा नहीं होगी। बाई चांस जेकर कोई रुकावट पैदा भी होंदी है जां कोई विघन पैदा होंदा है तो समझ लेना कि यह काम साडे लिए ठीक नहीं होगा। तां ही मेरे सच्चे पातशाह साहिब श्री गुरु नानक देव जी ने यह रुकावट पाई है। फिर भी वाहिगुरू जी का शुक्र करना है कि वाहिगुरू जी तुसीं साडे नाल कुछ गलत होने तो रोक लिया है। यह तां सी काम की शुरुआत। जदों भी आपां किसी काम की शुरुआत करनी है तो वाहिगुरू जी अगे आग्या लैनी है, उन्हां दा ओट आसरा लेना है। साध संगत जी, एक गल होर ध्यान रखण योग यह है कि आपां इंज ना करिए कि एक पासे आपां अरदास करिए, एक पासे आपां वास्तु शास्त्र जां ज्योतिष मायरा कोल जाइए जां किसी होर पखंडी साधां दे चक्करां 'च पै जाइए। फिर अपनी अरदास पूरी नहीं हो सकती। जे आपां अपनी अरदास पूरी करवाउणी है तां एक ते ही विश्वास रखना पैना है, एक दा ही पल्ला फड़ के रखना पैना है। साध संगत जी, यह सी अज दी वीडियो। भुल चुक माफ करनी। फिर मिलांगे एक होर नवी वीडियो विच। वाहिगुरू जी का खालसा, श्री वाहिगुरू जी की फतेह।